ਗੁੱਡ ਮਾਰਨਿੰਗ ਸਟੂਡੈਂਟਸ। ਡੀਐਲਐਡ ਦੀ ਪੰਜਾਬੀ ਦੀ ਕਲਾਸ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਜਿਵੇਂ ਕਿ ਅਸੀਂ ਪਹਿਲੀ ਵੀਡੀਓ ਵਿੱਚ ਪੜ੍ਹਿਆ ਸੀ ਭਾਸ਼ਾ ਦੇ ਕਾਰਜ ਜਮਾਤ ਦੇ ਅੰਦਰ, ਅਤੇ ਅੱਜ ਅਸੀਂ ਭਾਸ਼ਾ ਦੇ ਕਾਰਜ ਜਮਾਤ ਦੇ ਬਾਹਰ ਉੱਤੇ ਚਰਚਾ ਕਰਾਂਗੇ। ਅਤੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਇਸ ਟੌਪਿਕ ਨੂੰ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਭਾਸ਼ਾ ਦਾ ਕੀ ਅਰਥ ਹੈ ਉਹ ਕਲੀਅਰ ਹੋ ਜਾਣਾ ਚਾਹੀਦਾ ਹੈ। ਠੀਕ ਹੈ ਨਾ, ਕਿ ਭਾਸ਼ਾ ਕੀ ਹੈ? ਭਾਸ਼ਾ ਉਹ ਸਾਧਨ ਹੈ ਜਿਸ ਨਾਲ ਮਨੁੱਖ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਬੋਲ ਕੇ ਜਾਂ ਲਿਖ ਕੇ ਦੂਜਿਆਂ ਅੱਗੇ ਪ੍ਰਗਟ ਕਰ ਸਕਦਾ ਹੈ। ਠੀਕ ਹੈ, ਭਾਸ਼ਾ ਤੋਂ ਹੀ ਉਹ ਕਿਸੇ ਨੂੰ ਆਪਣੀ ਗੱਲ ਸਮਝਾ ਸਕਦਾ ਹੈ ਅਤੇ ਦੂਸਰਿਆਂ ਦੀ ਗੱਲ ਸਮਝ ਸਕਦਾ ਹੈ, ਅਤੇ ਭਾਸ਼ਾ ਹੀ ਸਾਨੂੰ ਇੱਕ ਦੂਜੇ ਦੇ ਨਾਲ ਜੋੜ ਕੇ ਰੱਖਦੀ ਹੈ। ਠੀਕ ਹੈ, ਨੈਕਸਟ ਸਾਡਾ ਦਾ ਟੌਪਿਕ ਹੈ ਭਾਸ਼ਾ ਦੇ ਕਾਰਜ ਜਮਾਤ ਦੇ ਬਾਹਰ। ਠੀਕ ਹੈ, ਕਿ ਜਮਾਤ ਤੋਂ ਬਾਹਰ ਵੀ ਇੱਕ ਸਮਾਜ ਹੁੰਦਾ ਹੈ। ਠੀਕ ਹੈ, ਨਵੇਂ ਨਵੇਂ ਲੋਕ ਮਿਲਦੇ ਆ ਜਿਨ੍ਹਾਂ ਵਿੱਚੋਂ ਕੁਝ ਜਾਣੇ ਪਹਿਚਾਣੇ ਹੁੰਦੇ ਹਨ ਅਤੇ ਕੁਝ ਅਣਜਾਣ ਵੀ ਹੁੰਦੇ ਹਨ। ਨਵੇਂ ਨਵੇਂ ਲੋਕਾਂ ਨਾਲ ਅਸੀਂ ਮਿਲਦੇ ਹਾਂ, ਉਹਨਾਂ ਨਾਲ ਭਾਸ਼ਾ ਦੇ ਜ਼ਰੀਏ ਹੀ ਅਸੀਂ ਸੰਬੰਧ ਜਾਂ ਸੰਪਰਕ ਬਣਾ ਸਕਦੇ ਹਾਂ, ਅਤੇ ਭਾਸ਼ਾ ਦਾ ਇਸ ਵਿੱਚ ਬਹੁਤ ਹੀ ਅਣਮੁੱਲਾ ਯੋਗਦਾਨ ਹੈ। ਜਿਵੇਂ ਕਿ ਫਸਟ ਪੁਆਇੰਟ ਹੈ ਸਵੈ ਪ੍ਰਗਟਾਵਾ ਕਰਨ ਵਿੱਚ ਸਹਾਇਕ। ਠੀਕ ਹੈ, ਹੁਣ ਜਿਵੇਂ ਤੁਸੀਂ ਬੱਚੇ ਤੁਸੀਂ ਆਪਣਾ ਸਵੈ ਪ੍ਰਗਟਾਵਾ ਜੋ ਵੀ ਤੁਹਾਡੇ ਮਨ ਵਿੱਚ ਵਿਚਾਰ ਜਾਂ ਗੱਲਾਂ ਜਾਂ ਭਾਵਨਾਵਾਂ ਜੋ ਵੀ ਪੈਦਾ ਹੋ ਰਹੀਆਂ ਆ, ਤੁਸੀਂ ਭਾਸ਼ਾ ਦੇ ਜ਼ਰੀਏ ਹੀ ਪ੍ਰਗਟ ਕਰ ਸਕਦੇ ਹੋ। ਠੀਕ ਹੈ ਨਾ, ਤੁਸੀਂ ਜਮਾਤ ਤੋਂ ਬਾਹਰ ਕਈ ਜਗ੍ਹਾ 'ਤੇ ਜਾਂਦੇ ਹੋ। ਠੀਕ ਹੈ ਨਾ, ਆਪਣੀ ਫੈਮਿਲੀ ਦੇ ਵਿੱਚ ਜਾਂਦੇ ਹੋ। ਠੀਕ ਹੈ, ਰਸਤੇ ਵਿੱਚ ਕਿਸੇ ਨੂੰ ਮਿਲਦੇ ਹੋ, ਕਿਸੇ ਰੈਸਟੋਰੈਂਟ 'ਚ ਜਾਂਦੇ ਹੋ। ਠੀਕ ਹੈ, ਕਿਸੇ ਰਿਸ਼ਤੇਦਾਰ ਦੇ ਕੋਲ ਜਾਂਦੇ ਹੋ, ਅਤੇ ਉੱਥੇ ਕੀ ਹੈ, ਉੱਥੇ ਭਾਸ਼ਾ ਹੀ ਇੱਕ ਅਜਿਹਾ ਜ਼ਰੀਆ ਵਾ ਜਿਸ ਨਾਲ ਤੁਸੀਂ ਆਪਣਾ ਸਵੈ ਪ੍ਰਗਟਾਵਾ ਕਰ ਸਕਦੇ ਹਾਂ। ਠੀਕ ਹੈ, ਜਿਵੇਂ ਤੁਸੀਂ ਦੂਸਰਿਆਂ ਨਾਲ ਗੱਲਾਂ ਵਿਚਾਰ ਇਹ ਸਭ ਕਿੱਥੋਂ ਕਰਦੇ ਹੋ? ਭਾਸ਼ਾ ਦੇ ਜ਼ਰੀਏ ਹੀ। ਨੈਕਸਟ ਪੁਆਇੰਟ ਹੈ ਸੱਭਿਆਚਾਰਕ ਪਹਿਚਾਣ ਕਰਨ ਵਿੱਚ ਸਹਾਇਕ। ਠੀਕ ਹੈ, ਕਿ ਭਾਸ਼ਾ ਹੀ ਹੈ ਜੋ ਮਨੁੱਖ ਆਪਣੇ ਸੱਭਿਆਚਾਰ ਦੀ ਪਹਿਚਾਣ ਆਸਾਨੀ ਨਾਲ ਕਰ ਸਕਦਾ ਹੈ ਭਾਸ਼ਾ ਦੇ ਜ਼ਰੀਏ ਹੀ। ਠੀਕ ਹੈ ਨਾ, ਹੁਣ ਸੱਭਿਆਚਾਰ ਤੋਂ ਕੀ ਤੁਸੀਂ ਸਮਝਦੇ ਹੋ? ਤੁਹਾਡਾ ਕਲਚਰ। ਠੀਕ ਹੈ, ਜਿਵੇਂ ਹਰ ਇੱਕ ਸੁਸਾਇਟੀ ਦਾ ਆਪਣਾ ਆਪਣਾ ਕਲਚਰ ਹੁੰਦਾ ਹੈ। ਠੀਕ ਹੈ ਨਾ, ਹਰ ਇੱਕ ਸੁਸਾਇਟੀ ਦਾ ਮਤਲਬ ਹਰ ਇੱਕ ਸਮਾਜ ਦਾ ਆਪਣੇ ਆਪਣੇ ਰੀਤੀ ਰਿਵਾਜ ਰਸਮਾਂ ਠੀਕ ਹੈ ਹੁੰਦਾ ਹੈ। ਜਿਵੇਂ ਸਾਡਾ ਪੰਜਾਬੀ ਦਾ ਸੱਭਿਆਚਾਰ, ਪੰਜਾਬੀ ਸੱਭਿਆਚਾਰ ਠੀਕ ਹੈ, ਉਹਦੇ ਵਿੱਚ ਸਾਡੇ ਲੋਕ ਨਾਚ ਖਾਣਾ ਪੀਣਾ ਹੈ। ਠੀਕ ਹੈ, ਕਿਸੇ ਹੋਰ ਦਾ ਸੱਭਿਆਚਾਰ ਉਹ ਥੋੜ੍ਹਾ ਡਿਫਰੈਂਟ ਹੋਵੇਗਾ, ਅਤੇ ਸਾਨੂੰ ਆਪਣੇ ਸੱਭਿਆਚਾਰ ਦੀ ਪਹਿਚਾਣ ਵੀ ਭਾਸ਼ਾ ਦੇ ਜ਼ਰੀਏ ਹੀ ਹੁੰਦੀ ਹੈ, ਅਤੇ ਦੂਸਰੇ ਦੀ ਸੱਭਿਆਚਾਰ ਦੀ ਵੀ ਪਹਿਚਾਣ ਵੀ ਭਾਸ਼ਾ ਦੇ ਰਾਹੀਂ ਹੀ ਹੁੰਦੀ ਹੈ। ਜਿਵੇਂ ਅਸੀਂ ਆਪਣੀ ਸੱਭਿਆਚਾਰ ਦੀਆਂ ਬਹੁਤ ਸਾਰੀਆਂ ਹੁਣ ਖਾਣਾ ਬਣਾਉਣਾ ਜਾਂ ਖਾਣਾ ਰੀਤੀ ਰਿਵਾਜ ਇਹ ਸਾਨੂੰ ਕਿੱਥੋਂ ਪਤਾ ਲੱਗਦੇ ਹੈ? ਭਾਸ਼ਾ ਦੇ ਜ਼ਰੀਏ ਹੀ ਪਤਾ ਲੱਗਦੇ ਹੈ। ਠੀਕ ਹੈ, ਨੈਕਸਟ ਹੈ ਸੰਚਾਰ ਕਰਨ ਵਿੱਚ ਸਹਾਇਕ। ਸੰਚਾਰ ਕੀ ਹੈ? ਕਮਿਊਨੀਕੇਸ਼ਨ ਕਰਨੀ। ਠੀਕ ਹੈ, ਕਿਸੇ ਨਾਲ ਗੱਲਬਾਤ ਕਰਨੀ। ਇਹ ਤਾਂ ਤੁਹਾਨੂੰ ਪੁਆਇੰਟ ਤੋਂ ਹੀ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਜਦੋਂ ਅਸੀਂ ਬਾਹਰ ਕਈ ਲੋਕਾਂ ਨੂੰ ਮਿਲਦੇ ਹਾਂ, ਆਪਣੇ ਪਰਿਵਾਰ ਤੋਂ ਬਾਹਰ ਆਪਣੇ ਫਰੈਂਡਸ ਨੂੰ ਮਿਲਦੇ ਹਾਂ, ਰਿਸ਼ਤੇਦਾਰਾਂ ਨੂੰ ਮਿਲਦੇ ਹਾਂ, ਜਾਂ ਸਾਡੇ ਸੰਪਰਕ ਵਿੱਚ ਬਹੁਤ ਸਾਰੇ ਲੋਕ ਆਉਂਦੇ ਹੈ। ਠੀਕ ਹੈ, ਅਤੇ ਉਹਨਾਂ ਨਾਲ ਸੰਪਰਕ ਸਥਾਪਿਤ ਕਰਨ ਲਈ ਸਾਨੂੰ ਭਾਸ਼ਾ ਹੀ ਜਿਹੜੀ ਆ ਅਣਮੁੱਲਾ ਯੋਗਦਾਨ ਦਿੰਦੀ ਹੈ। ਠੀਕ ਹੈ, ਨੈਕਸਟ ਹੈ ਸਮਾਜਿਕ ਵਿਕਾਸ ਕਰਨ ਵਿੱਚ ਸਹਾਇਕ। ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਨੁੱਖ ਉਹ ਸਮਾਜਿਕ ਪ੍ਰਾਣੀ ਹੈ, ਉਹ ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ। ਠੀਕ ਹੈ ਨਾ, ਅਗਰ ਉਸਨੂੰ ਸਮਾਜ ਵਿੱਚ ਰਹਿਣਾ ਹੈ ਤਾਂ ਉਸ ਦਾ ਸਮਾਜਿਕ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਸਮਾਜਿਕ ਵਿਕਾਸ ਜਿਵੇਂ ਕਿ ਉਸਨੂੰ ਹਰੇਕ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਸਮਾਜ ਦੇ ਵਿੱਚ ਆਪਣੇ ਆਪ ਨੂੰ ਢਾਲਣਾ ਆਉਣਾ ਚਾਹੀਦਾ ਹੈ। ਸਹਿਯੋਗ ਦੀ ਭਾਵਨਾ ਹੋਣੀ ਚਾਹੀਦੀ ਹੈ ਉਸ ਵਿੱਚ। ਠੀਕ ਹੈ, ਸਹਿਣਸ਼ੀਲਤਾ ਦੀ ਭਾਵਨਾ ਹੋਣੀ ਚਾਹੀਦੀ ਹੈ। ਠੀਕ ਹੈ, ਕਿ ਉਹ ਇੱਕ ਚੰਗਾ ਨਾਗਰਿਕ ਬਣੇ। ਠੀਕ ਹੈ, ਸਮਾਜਿਕ ਵਿਕਾਸ ਕੀ ਹੈ? ਅਤੇ ਉਹ ਸਮਾਜ ਦੇ ਵਿੱਚ ਜੋ ਚੱਲ ਰਿਹਾ ਹੈ ਉਸ ਦੇ ਅਕੋਰਡਿੰਗ ਉਹ ਨਾਲ ਨਾਲ ਚੱਲ ਰਿਹਾ ਹੈ ਅਤੇ ਇੱਕ ਚੰਗਾ ਨਾਗਰਿਕ ਬਣ ਰਿਹਾ ਹੈ। ਠੀਕ ਹੈ, ਅਤੇ ਸਮਾਜਿਕ ਵਿਕਾਸ ਲਈ ਭਾਸ਼ਾ ਹੀ ਸਭ ਤੋਂ ਮਹੱਤਵਪੂਰਨ ਜਿਹੜੀ ਉਹ ਆਪਣਾ ਰੋਲ ਅਦਾ ਕਰਦੀ ਹੈ। ਠੀਕ ਹੈ,
ਨੈਕਸਟ ਹੈ ਸਰੀਰਕ ਵਾਧੇ ਵਿੱਚ ਸਹਾਇਕ। ਹੁਣ ਤੁਸੀਂ ਸੋਚੋਗੇ ਕਿ ਭਾਸ਼ਾ ਦਾ ਸਰੀਰਕ ਵਾਧੇ ਨਾਲ ਕੀ ਸੰਬੰਧ ਹੋਵੇਗਾ, ਪਰ ਇਹ ਬਹੁਤ ਡੂੰਘਾ ਸੰਬੰਧ ਹੈ। ਕਿਵੇਂ ਕਿ ਜਿਵੇਂ ਮਨੁੱਖ ਦੀ ਭਾਸ਼ਾ ਉੱਪਰ ਜਿੰਨੀ ਪਕੜ ਹੁੰਦੀ ਹੈ ਤਾਂ ਉਸ ਵਿੱਚ ਆਤਮ ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਠੀਕ ਹੈ, ਉਸ ਦੇ ਸਰੀਰਕ ਢਾਂਚੇ ਵਿੱਚ ਵੀ ਤਬਦੀਲੀਆਂ ਆਉਂਦੀਆਂ ਹਨ, ਉਹ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਪ੍ਰਦਰਸ਼ਿਤ ਕਰ ਸਕਦਾ ਹੈ। ਇਸੇ ਤਰ੍ਹਾਂ ਬੱਚਿਆਂ ਵਿੱਚ ਬਚਪਨ ਤੋਂ ਹੀ ਮਾਤ ਭਾਸ਼ਾ ਦਾ ਵੀ ਹੋਣਾ ਵਿਕਸਿਤ ਹੁੰਦਾ ਹੈ। ਫੋਰ ਐਗਜ਼ਾਮਪਲ ਰਾਜੇ, ਜਿਵੇਂ ਤੁਹਾਡੀ ਕਿਤੇ ਇੰਟਰਵਿਊ ਹੋ ਰਹੀ ਹੈ, ਠੀਕ ਹੈ ਨਾ, ਅਤੇ ਤੁਹਾਨੂੰ ਉੱਥੇ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੀ ਲੈਂਗੁਏਜ ਮਾਤ ਭਾਸ਼ਾ ਵਿੱਚ, ਠੀਕ ਹੈ, ਜਾਂ ਜਿਹੜੀ ਵੀ ਜਿਹ 'ਚ ਤੁਸੀਂ ਕੰਫਰਟ ਆ, ਤੁਸੀਂ ਉਹਦੇ ਵਿੱਚ ਆਪਣਾ ਪਰਿਚੈ ਦਿਓ। ਠੀਕ ਹੈ, ਆਪਣੀ ਇੰਟਰੋਡਕਸ਼ਨ ਦਿਓ। ਅਤੇ ਉਹਦੇ ਵਿੱਚ ਕੀ ਹੋਊਗਾ, ਉਹਦੇ ਵਿੱਚ ਬੱਚਾ ਬਿਨਾਂ ਟੈਨਸ਼ਨ ਫਰੀ ਹੋ ਕੇ, ਠੀਕ ਹੈ, ਆਪਣੇ ਆਪ ਨੂੰ ਪ੍ਰਜੈਂਟ ਕਰ ਪਾਏਗਾ। ਠੀਕ ਹੈ, ਜਦੋਂ ਉਹ ਪ੍ਰਜੈਂਟ ਕਰ ਪਾਏਗਾ, ਉਹਦੇ ਉੱਤੇ ਸਰੀਰਕ ਜਾਂ ਮਾਨਸਿਕ ਕੋਈ ਬੋਝ ਨਹੀਂ ਹੋਵੇਗਾ। ਠੀਕ ਹੈ ਨਾ, ਅਤੇ ਇਸ ਨਾਲ ਕੀ ਹੋਏਗਾ, ਉਸਦਾ ਸਰੀਰਕ ਵਿਕਾਸ ਹੋਵੇਗਾ। ਠੀਕ ਹੈ ਨਾ, ਜਿਵੇਂ ਕਲਾਸਰੂਮ ਦੇ ਵਿੱਚ ਕੁਝ ਬੱਚਿਆਂ ਨੂੰ ਜਾਂ ਕਲਾਸ ਤੋਂ ਬਾਹਰ, ਠੀਕ ਹੈ, ਅਸੀਂ ਕਲਾਸ ਦੀ ਬਾਹਰ ਕਰ ਰਹੇ ਹਾਂ ਗੱਲ, ਅਤੇ ਕਲਾਸ ਤੋਂ ਬਾਹਰ ਦੀ ਐਗਜ਼ਾਮਪਲ ਦੇ ਰਹੀ ਹਾਂ। ਜਿਵੇਂ ਤੁਸੀਂ ਕਿਤੇ ਬਾਹਰ ਜਾਂਦੇ ਹੋ, ਠੀਕ ਹੈ, ਉੱਥੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਜਾਂ ਕੋਈ ਕਿਸੇ ਨੂੰ ਪੁੱਛਣਾ ਵਾ ਜਾਂ ਕਿਸੇ ਨੂੰ ਦੱਸਣਾ ਹੈ। ਠੀਕ ਹੈ ਨਾ, ਜਾਂ ਤੁਸੀਂ ਕੋਈ ਅਰਬ ਕੰਟਰੀ 'ਚ ਜਾ ਰਹੇ ਹੋ, ਉੱਥੇ ਤੁਸੀਂ ਕੋਈ ਕੰਮ ਕਰ ਰਹੇ ਹੋ, ਠੀਕ ਹੈ, ਕੋਈ ਜੋਬ ਜੁਆਇਨ ਕੀਤੀ ਹੈ, ਅਤੇ ਉੱਥੇ ਕੀ ਹੈ ਕਿ ਤੁਹਾਨੂੰ ਕੋਈ ਹੋਰ ਲੈਂਗੁਏਜ ਸਿੱਖਣੀ ਪੈ ਰਹੀ ਹੈ। ਅਤੇ ਉੱਥੇ ਕੀ ਹੈ ਕਿ ਤੁਹਾਨੂੰ ਇੱਕ ਤਾਂ ਟੈਨਸ਼ਨ ਹੋਏਗੀ ਕਿ ਮੈਂ ਕਿਸੇ ਨਾਲ ਕਿਵੇਂ ਗੱਲ ਕਰ ਰਿਹਾ, ਕਿਉਂਕਿ ਤੁਹਾਨੂੰ ਲੈਂਗੁਏਜ 'ਚ ਪ੍ਰੋਬਲਮ ਆ ਰਹੀ ਹੈ। ਤੁਸੀਂ ਆਪਣੇ ਆਪ ਨੂੰ ਵਧੀਆ ਪ੍ਰਜੈਂਟ ਨਹੀਂ ਕਰ ਪਾ ਰਹੇ ਹੋ, ਚੰਗੀ ਤਰ੍ਹਾਂ ਦੂਸਰਿਆਂ ਨਾਲ ਸੰਪਰਕ ਸਥਾਪਿਤ ਨਹੀਂ ਕਰ ਪਾ ਰਹੇ ਹੋ। ਇਹਦੇ ਨਾਲ ਕੀ ਹੋਊਗਾ, ਤੁਹਾਡੇ ਸਰੀਰ ਉੱਤੇ ਪ੍ਰਭਾਵ ਪਵੇਗਾ। ਠੀਕ ਹੈ, ਅਤੇ ਅਗਰ ਤੁਹਾਨੂੰ ਭਾਸ਼ਾ ਉੱਤੇ ਪੂਰੀ ਪਕੜ ਹੈ ਕਿ ਜਿਸ ਭਾਸ਼ਾ ਵਿੱਚ ਤੁਸੀਂ ਕਰਨਾ ਚਾਹੁੰਦੇ ਹੋ ਅਤੇ ਉਹਦੇ 'ਚ ਪ੍ਰਜੈਂਟ ਕਰੋਗੇ, ਅਤੇ ਤੁਹਾਡਾ ਸਰੀਰਕ ਵਿਕਾਸ ਵੀ ਹੋਵੇਗਾ। ਠੀਕ ਹੈ, ਨੈਕਸਟ ਹੈ ਵਿਵਸਾਇਕ ਜੀਵਨ ਲਈ ਮਦਦਗਾਰ। ਜਿਵੇਂ ਮੈਂ ਹੁਣ ਇੱਕ ਵਿਵਸਾਏ ਹੋ ਗਿਆ ਕਿ ਜਿਵੇਂ ਤੁਹਾਡੀ ਕੋਈ ਜੋਬ ਦੇ ਨਾਲ ਰਿਲੇਟਡ, ਠੀਕ ਹੈ, ਹੁਣ ਐਗਜ਼ਾਮਪਲ ਦਿੱਤੀ ਹੈ। ਠੀਕ ਹੈ, ਕਿ ਭਾਸ਼ਾ, ਹੁਣ ਤੁਸੀਂ ਟੀਚਰ ਬਣਨਾ DLED ਕਰਕੇ, ਠੀਕ ਹੈ, ਅਗਰ ਤੁਹਾਡੀ ਭਾਸ਼ਾ ਉੱਤੇ ਚੰਗੀ ਪਕੜ ਹੋਵੇਗੀ ਤਾਂ ਹੀ ਤੁਸੀਂ ਆਪਣੀ ਜਿਹੜੀ ਹੈ ਜੋਬ ਉਹ ਖੂਬ ਚੰਗੀ ਤਰ੍ਹਾਂ ਨਿਭਾ ਪਾਓਗੇ, ਇੱਕ ਅੱਛੇ ਅਧਿਆਪਕ ਬਣ ਪਾਓਗੇ। ਠੀਕ ਹੈ, ਨੈਕਸਟ ਹੈ ਸਾਹਿਤਕ ਵਿਕਾਸ ਲਈ ਸਹਾਇਕ। ਸਾਹਿਤਕ ਵਿਕਾਸ ਯਾਨੀ ਕਿ ਜਿਵੇਂ ਤੁਸੀਂ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਪੜ੍ਹਦੇ ਹੋ, ਲੇਖ ਰਚਨਾਵਾਂ ਪੜ੍ਹਦੇ ਹੋ, ਇੱਥੇ ਕੀ ਹੈ ਕਿ ਤੁਹਾਡਾ ਸਾਹਿਤਕ ਵਿਕਾਸ ਹੁੰਦਾ ਵਾ, ਤੁਹਾਨੂੰ ਤੁਹਾਡੇ ਸਾਹਿਤ ਦੀ ਥੋੜ੍ਹੀ ਨੌਲੇਜ ਹੈ। ਠੀਕ ਹੈ, ਭਾਸ਼ਾ ਦੇ ਜ਼ਰੀਏ ਹੀ। ਅਗਰ ਭਾਸ਼ਾ ਨਹੀਂ ਆਵੇਗੀ, ਨਹੀਂ ਆਉਂਦੀ ਕਿਸੇ ਨੂੰ, ਅਤੇ ਉਹ ਆਪਣੇ ਗੁਰੂਆਂ ਬਾਰੇ ਨਹੀਂ ਜਾਣ ਸਕਦਾ। ਠੀਕ ਹੈ, ਕਿ ਉਹਨਾਂ ਦੀਆਂ ਕੀ ਜੀਵਨੀਆਂ ਸੀ ਜਾਂ ਕੁਛ ਵੀ ਹੈ, ਕਿਉਂਕਿ ਭਾਸ਼ਾ ਦੇ ਜ਼ਰੀਏ ਹੀ, ਅਸੀਂ ਇੱਥੇ ਪੜ੍ਹਨ ਦੀ ਗੱਲ ਨਹੀਂ ਕਰ ਰਹੇ, ਅਸੀਂ ਇੱਥੇ ਸੁਣਨ ਦੀ ਵੀ ਗੱਲ ਕਰ ਰਹੇ, ਸਮਝ ਦੀ ਵੀ ਗੱਲ ਕਰ ਰਹੇ ਹਾਂ। ਕਿਉਂਕਿ ਪੁਰਾਣੇ ਜ਼ਮਾਨੇ 'ਚ ਜੋ ਸਾਡੇ ਬਜ਼ੁਰਗ ਸੀ, ਉਹ ਇੰਨੇ ਪੜ੍ਹੇ ਲਿਖੇ ਨਹੀਂ ਸੀ, ਪਰ ਉਹਨਾਂ ਦੀ ਭਾਸ਼ਾ 'ਤੇ ਪਕੜ ਸੀ। ਉਹਨਾਂ ਨੂੰ ਭਾਸ਼ਾ ਬੋਲਣੀ ਵੀ ਆਉਂਦੀ ਸੀ ਅਤੇ ਸਮਝਣੀ ਵੀ ਆਉਂਦੀ ਸੀ। ਠੀਕ ਹੈ ਨਾ, ਜੋ ਵੀ ਉਹਨਾਂ ਦੀ ਮਾਤ ਭਾਸ਼ਾ ਰਹੀ। ਠੀਕ ਹੈ, ਅਤੇ ਉਹਦੇ ਨਾਲ ਕੀ ਸੀ ਕਿ ਉਹਨਾਂ ਨੂੰ ਆਪਣੇ ਪੂਰਵਜਾਂ ਬਾਰੇ ਗਿਆਨ ਮਿਲਿਆ, ਕਿਸ ਨਾਲ, ਭਾਸ਼ਾ ਦੇ ਜ਼ਰੀਏ। ਉਹਦੇ ਨਾਲ ਕੀ ਆ, ਉਹਨਾਂ ਨੂੰ ਆਪਣੇ ਸਾਹਿਤ ਦੀ ਜਿਹੜੀ ਆ ਨੌਲੇਜ ਮਿਲੀ। ਇਸੇ ਤਰ੍ਹਾਂ ਸਾਨੂੰ ਆਪਣੇ ਸਾਹਿਤ ਦੀ ਨੌਲੇਜ ਮਿਲਦੀ ਹੈ। ਨੈਕਸਟ ਹੈ ਬੱਚਿਆਂ ਵਿੱਚ ਰਚਨਾਤਮਕ ਰੁਚੀਆਂ ਪੈਦਾ ਕਰਨ ਵਿੱਚ ਸਹਾਇਕ। ਹੁਣ ਬੱਚਿਆਂ 'ਚ ਰਚਨਾਤਮਕ ਰੁਚੀਆਂ ਭਾਸ਼ਾ ਦੇ ਜ਼ਰੀਏ ਹੀ ਪੈਦਾ ਕੀਤੀਆਂ ਜਾ ਸਕਦੀਆਂ ਹਨ। ਅਸੀਂ ਕਲਾਸ ਤੋਂ ਬਾਹਰ ਦੀ ਗੱਲ ਕਰ ਰਹੇ ਹਾਂ, ਅਤੇ ਕਲਾਸ ਤੋਂ ਬਾਹਰ ਕੀ ਹੈ ਕਿ ਬੱਚੇ ਆ ਖੇਡ ਦੇ ਮੈਦਾਨ 'ਚ ਜਾਂਦੇ ਆ। ਠੀਕ ਹੈ, ਬਾਹਰ ਜਾ ਕੇ ਕੋਈ ਵੀ ਗੇਮ ਜੁਆਇਨ ਕਰਦੇ ਆ, ਬਾਹਰ ਮਤਲਬ ਕਿ ਖੇਡ ਦੇ ਮੈਦਾਨ 'ਚ ਵੀ ਗੱਲ ਕਰ ਰਹੇ ਹਾਂ। ਠੀਕ ਹੈ, ਆਪਣੇ ਆਂਢੀ ਗੁਆਂਢੀਆਂ ਦੇ ਬੱਚਿਆਂ ਨਾਲ ਖੇਡਦੇ ਆ। ਉੱਥੇ ਕੀ ਹੈ ਕਿ ਭਾਸ਼ਾ ਦੇ ਜ਼ਰੀਏ ਹੀ ਉਹ ਦੂਸਰਿਆਂ ਨਾਲ ਸੰਪਰਕ ਸਥਾਪਿਤ ਕਰ ਪਾਉਂਦੇ ਆ, ਅਤੇ ਉਹਨਾਂ ਵਿੱਚ ਜਿਹੜੀ ਆ ਰਚਨਾਤਮਕਤਾ, ਰੁਚੀਆਂ ਪੈਦਾ ਹੁੰਦੀਆਂ, ਕ੍ਰੀਏਟੀਵਿਟੀ ਪੈਦਾ ਹੁੰਦੀ ਆ। ਭਾਸ਼ਾ ਦੇ ਜ਼ਰੀਏ ਹੀ ਉਹ ਨਵੀਆਂ ਨਵੀਆਂ ਚੀਜ਼ਾਂ ਸਿੱਖਦੇ ਆ, ਨਵੀਆਂ ਨਵੀਆਂ ਬਣਾਉਣੀਆਂ ਸਿੱਖਦੇ ਆ, ਨਵੀਆਂ ਨਵੀਆਂ ਕਰਨੀਆਂ ਸਿੱਖਦੇ ਆ। ਨੈਕਸਟ ਹੈ ਸ਼ਖਸੀਅਤ ਦਾ ਵਿਕਾਸ ਕਰਨ ਵਿੱਚ ਸਹਾਇਕ, ਪਰਸਨੈਲਿਟੀ ਡਿਵੈਲਪਮੈਂਟ। ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਰਸਨੈਲਿਟੀ ਡਿਵੈਲਪਮੈਂਟ ਕਿਵੇਂ ਹੋਵੇਗੀ। ਅਗਰ ਤੁਹਾਡੀ ਭਾਸ਼ਾ ਉੱਤੇ ਅੱਛੀ ਪਕੜ ਹੈ ਤਾਂ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਉਹ ਵੀ ਡਿਵੈਲਪਮੈਂਟ ਹੋਵੇਗੀ। ਨੈਕਸਟ ਹੈ ਬੋਲੀ ਗਈ ਭਾਸ਼ਾ ਨੂੰ ਸਮਝਣ ਦੇ ਯੋਗ ਬਣਾਉਣ ਵਿੱਚ ਸਹਾਇਕ।
ਠੀਕ ਹੈ। ਕੀ ਹੈ ਕਿ ਬੋਲੀ ਗਈ ਭਾਸ਼ਾ ਨੂੰ ਸਮਝਣ ਯੋਗ ਦੇਵਾਂ, ਕਿ ਬੋਲੀ ਗਈ ਭਾਸ਼ਾ ਨੂੰ ਸਮਝਣ ਵਿੱਚ ਆਪਣੀ ਮਾਤ ਭਾਸ਼ਾ ਬਹੁਤ ਸਹਾਇਤਾ ਕਰਦੀ ਹੈ। ਮਨੁੱਖ ਆਪਣੇ ਮਨੋਭਾਵਾਂ ਨੂੰ ਬੋਲ ਕੇ ਦੂਜਿਆਂ ਦੇ ਅੱਗੇ ਪ੍ਰਗਟ ਕਰਦਾ ਹੈ। ਇਹਨਾਂ ਮਨੋਭਾਵਾਂ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ ਜਦੋਂ ਉਸ ਵਿੱਚ ਆਪਣੀ ਮਾਤ ਭਾਸ਼ਾ ਦੀ ਵਰਤੋਂ ਕੀਤੀ ਗਈ ਹੋਵੇ, ਕਿਉਂਕਿ ਮਨੁੱਖ ਬਚਪਨ ਤੋਂ ਹੀ ਮਾਤ ਭਾਸ਼ਾ ਦੀ ਵਰਤੋਂ ਕਰਨਾ ਸਿੱਖ ਜਾਂਦਾ ਹੈ ਅਤੇ ਅੱਗੇ ਜਾ ਕੇ ਮਾਤ ਭਾਸ਼ਾ ਹੋਰ ਬਹੁਤ ਸਾਰੇ ਕੰਮਾਂ ਵਿੱਚ ਸਾਡੀ ਮਦਦ ਕਰਦੀ ਹੈ। ਨੈਕਸਟ ਹੈ ਚੁੱਪ ਕਰਕੇ ਸਮਝ ਸਕਣ ਦੀ ਯੋਗਤਾ ਪੈਦਾ ਕਰਨਾ। ਠੀਕ ਹੈ ਨਾ। ਇਹਦੇ ਵਿੱਚ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਮੌਨ, ਜਿਹੜਾ ਆਪਾਂ ਕਹਿੰਦੇ ਸੀ ਨਾ ਮੌਨ ਪਾਠ ਹੋ ਗਈ, ਮੌਨ ਧਾਰਨ ਕਰਕੇ। ਠੀਕ ਹੈ ਨਾ। ਕਿ ਇਹਦੇ ਵਿੱਚ ਇਹਨਾਂ ਨੇ ਅਧਿਆਪਕ ਦੀ ਗੱਲ ਕੀਤੀ ਹੋਈ ਹੈ ਕਿ ਅਧਿਆਪਕਾਂ ਰਾਹੀਂ ਬੱਚਿਆਂ ਵਿੱਚ ਮੌਨ ਪਾਠ ਪੜ੍ਹ ਕੇ ਸਮਝਣ ਦੀ ਯੋਗਤਾ ਨੂੰ ਪੈਦਾ ਕਰਨਾ ਹੈ। ਜਿੱਥੇ ਬੋਲ ਕੇ ਸਮਝਿਆ ਜਾਂਦਾ ਹੈ ਉੱਥੇ ਬੱਚਿਆਂ ਨੂੰ ਲਿਖਿਤ ਰੂਪ ਵਿੱਚ ਤੇਜ਼ੀ ਨਾਲ ਚੁੱਪ ਕਰਕੇ ਪੜ੍ਹਨ ਦੀ ਯੋਗਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਜਮਾਤ ਤੋਂ ਬਾਹਰ ਵਾਲੀ ਗੱਲ ਕਰ ਰਹੇ ਹਾਂ ਤਾਂ ਅਸੀਂ ਇਸ ਪੁਆਇੰਟ ਨੂੰ ਐਕਸਪਲੇਨ ਕਰਾਂਗੇ ਕਿ ਚੁੱਪ ਕਰਕੇ ਸਮਝਣ ਦੀ ਯੋਗਤਾ ਪੈਦਾ ਕਰਨਾ। ਕਿ ਅਸੀਂ ਬਾਹਰ ਜਦੋਂ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਕਰਦੇ ਹਾਂ, ਠੀਕ ਹੈ, ਕਿਸੇ ਪੋਸਟ ਆਫਿਸ ਜਾਂਦੇ ਹਾਂ ਜਾਂ ਫਿਰ ਕਿਸੇ ਬੈਂਕ 'ਚ ਜਾਂਦੇ ਹਾਂ ਜਾਂ ਕਿਤੇ ਵੀ ਜਾਂਦੇ ਹਾਂ, ਠੀਕ ਹੈ, ਉੱਥੇ ਜਦੋਂ ਅਸੀਂ ਦੂਸਰਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਕਿਸੇ ਦੀ ਗੱਲ ਸੁਣਦੇ ਹਾਂ, ਕਿਸੇ ਦਾ ਭਾਸ਼ਣ ਸੁਣ ਰਹੇ ਹਾਂ, ਅਤੇ ਉੱਥੇ ਕੀ ਅਸੀਂ ਚੁੱਪ ਕਰਕੇ ਸਮਝ ਸਕਦੇ ਹਾਂ। ਕਿਸ ਦੇ ਜ਼ਰੀਏ? ਭਾਸ਼ਾ ਦੇ ਜ਼ਰੀਏ ਹੀ ਸਮਝ ਸਕਦੇ ਹਾਂ ਨਾ। ਚਾਹੇ ਅਸੀਂ ਚੁੱਪ ਹਾਂ, ਅਸੀਂ ਬੋਲ ਨਹੀਂ ਰਹੇ, ਪਰ ਅਸੀਂ ਸਮਝ ਰਹੇ ਹਾਂ। ਕਿਉਂ? ਕਿਉਂਕਿ ਭਾਸ਼ਾ ਸਾਡਾ ਸਾਥ ਦੇ ਰਹੀ ਹੈ। ਠੀਕ ਹੈ। ਨੈਕਸਟ ਹੈ ਸਾਹਿਤ ਪੜ੍ਹਨ ਵਿੱਚ ਸਹਾਇਕ। ਇਹ ਤੁਹਾਨੂੰ ਕਲੀਅਰ ਹੀ ਹੈ। ਜਿੱਦਾਂ ਮੈਂ ਕਿਹਾ ਸੀਗਾ ਸਾਹਿਤਕ ਵਿਕਾਸ, ਉਹਦੇ ਵਿੱਚ ਕੀ ਆ ਕਿ ਅਸੀਂ ਸਾਹਿਤ ਪੜ੍ਹ ਸਕਦੇ ਹਾਂ ਜੇ ਸਾਨੂੰ ਭਾਸ਼ਾ ਦਾ ਗਿਆਨ ਹੈ। ਅਸੀਂ ਪੁਰਾਣੇ ਮਹਾਂਪੁਰਸ਼ਾਂ ਦੀਆਂ ਜਾਂ ਨਵੀਆਂ ਜੋ ਵੀ ਆ ਕਵਿਤਾਵਾਂ, ਕਹਾਣੀਆਂ, ਅਸੀਂ ਉਹਨੂੰ ਭਾਸ਼ਾ ਦੇ ਜ਼ਰੀਏ ਹੀ ਪੜ੍ਹ ਕੇ ਸਮਝ ਸਕਦੇ ਹਾਂ। ਨੈਕਸਟ ਹੈ ਵਿਚਾਰਾਂ ਨੂੰ ਸੰਖੇਪ ਕਰਨ ਦੀ ਯੋਗਤਾ ਵਿੱਚ ਸਹਾਇਕ। ਵਿਚਾਰਾਂ ਨੂੰ ਸੰਖੇਪ ਕਰਨਾ, ਜਿਵੇਂ ਅਸੀਂ ਕਹਿ ਦਿੰਦੇ ਨੇ ਕਿ ਆਪਣੇ ਵਿਚਾਰ ਪੇਸ਼ ਕਰੋ 4-5 ਲਾਈਨਾਂ ਵਿੱਚ, ਕਿ ਤੁਸੀਂ ਉੱਥੇ ਕੀ ਕੀ ਦੇਖਿਆ, ਤੁਹਾਨੂੰ ਕੀ ਲੱਗਾ, ਤੁਹਾਡੇ ਕਾਲਜ ਦਾ ਪਹਿਲਾ ਦਿਨ ਕਿਵੇਂ ਦਾ ਸੀ। ਠੀਕ ਹੈ ਨਾ। ਇਹ ਭਾਸ਼ਾ ਦੇ ਜ਼ਰੀਏ ਹੀ ਤੁਸੀਂ ਜਿਹੜਾ ਵਾ ਆਪਣੇ ਵਿਚਾਰ ਜਿਹੜੇ ਆ ਉਹ ਪੇਸ਼ ਕਰ ਸਕਦੇ ਹਾਂ। ਨੈਕਸਟ ਹੈ ਕੋਮਲ ਤਰੀਕੇ ਨਾਲ ਬੋਲਣ ਵਿੱਚ ਸਹਾਇਕ। ਠੀਕ ਹੈ। ਹੁਣ ਭਾਸ਼ਾ ਕੀ ਹੈ? ਸਾਨੂੰ ਬੋਲਣਾ ਸਿਖਾਉਂਦੀ ਆ ਕੋਮਲ ਤਰੀਕੇ ਨਾਲ। ਠੀਕ ਹੈ। ਜਿਸ ਭਾਸ਼ਾ ਵਿੱਚ ਤੁਹਾਡੀ ਪਕੜ ਨਹੀਂ ਹੋਊਗੀ, ਮਜ਼ਬੂਤ ਨਹੀਂ ਹੋਊਗੀ, ਉਹਦੇ ਵਿੱਚ ਤੁਸੀਂ ਅਟਕ ਕੇ ਬੋਲੋਗੇ। ਪਰ ਜਿਸ ਭਾਸ਼ਾ ਵਿੱਚ ਤੁਹਾਡੀ ਪਕੜ ਅੱਛੀ ਹੈ, ਠੀਕ ਹੈ, ਉਹ ਭਾਸ਼ਾ ਕੀ ਕਰਦੀ ਹੈ ਕਿ ਤੁਹਾਨੂੰ ਲੈ ਸਿਖਾਉਂਦੀ ਹੈ ਕਿ ਕਿਵੇਂ ਬੋਲਣਾ ਵਾ, ਕਿਸੇ ਨਾਲ ਮਿੱਠਾ ਕਿਵੇਂ ਬੋਲਣਾ ਵਾ, ਕਿ ਕਿਹੜੇ ਸ਼ਬਦ ਵਾ ਉਹ ਜਿਹੜੇ ਕਿਸੇ ਨੂੰ ਅਪਮਾਨਿਤ ਕਰ ਸਕਦੇ ਆ, ਇਹ ਨਹੀਂ ਯੂਜ਼ ਕਰਨੇ। ਭਾਸ਼ਾ ਹੀ ਸਿਖਾਉਂਦੀ ਹੈ ਅਤੇ ਭਾਸ਼ਾ ਹੀ ਸਾਨੂੰ ਮਿੱਠਾ ਬੋਲਣਾ ਸਿਖਾਉਂਦੀ ਹੈ। ਨੈਕਸਟ ਹੈ ਆਲੋਚਨਾਤਮਕ ਰੁਚੀਆਂ ਪੈਦਾ ਕਰਨ ਵਿੱਚ ਸਹਾਇਕ। ਆਲੋਚਨਾਤਮਕ ਰੁਚੀਆਂ, ਠੀਕ ਹੈ, ਪੈਦਾ ਕਰਨ ਵਿੱਚ ਸਹਾਇਕ ਮਤਲਬ ਕਿ ਬੱਚਿਆਂ ਨੂੰ ਕੋਈ ਵੀ ਸਾਹਿਤ ਜਾਂ ਕਿਤਾਬ ਆਦਿ ਨੂੰ ਪੜ੍ਹ ਕੇ ਆਲੋਚਨਾਤਮਕ ਕਰਨ ਦੀ ਯੋਗਤਾ ਆ ਜਾਂਦੀ ਹੈ। ਆਲੋਚਨਾਤਮਕ ਯਾਨੀ ਕਿ ਅਸੀਂ ਕਹਾਂਗੇ ਕਿ ਤੁਸੀਂ ਆਲੋਚਨਾ ਕਰੋ ਕਿ ਤੁਹਾਨੂੰ ਇਹਦੇ ਵਿੱਚੋਂ ਕੀ ਅੱਛਾ ਲੱਗਿਆ, ਕੀ ਨਹੀਂ ਅੱਛਾ ਲੱਗਿਆ। ਤੁਹਾਨੂੰ ਕੋਈ ਬੁੱਕ ਦੇ ਦਿੱਤੀ ਜਾਂਦੀ ਜਾਂ ਤੁਹਾਨੂੰ ਕੋਈ ਸਟੋਰੀ ਦਿੱਤੀ ਜਾਂਦੀ ਆ ਪੜ੍ਹਨ ਨੂੰ, ਵੀ ਤੁਹਾਨੂੰ ਪੁੱਛਿਆ ਜਾਂਦਾ ਵਾ ਕਿ ਇਹਦੇ ਵਿੱਚ ਤੁਹਾਨੂੰ ਕੀ ਚੀਜ਼ ਚੰਗੀਆਂ ਲੱਗੀਆਂ ਅਤੇ ਕੀ ਬੁਰਾਈਆਂ ਲੱਗੀਆਂ ਅਤੇ ਕਿਉਂ ਲੱਗੀਆਂ। ਇਹਦੇ ਨਾਲ ਕੀ ਬੱਚੇ ਦੀ ਜਿਹੜੀ ਕਲਪਨਾ ਸ਼ਕਤੀ ਦਾ ਵਿਕਾਸ ਹੁੰਦਾ ਹੈ ਅਤੇ ਉਹਦੀ ਆਲੋਚਨਾਤਮਕ ਜਿਹੜੀ ਸ਼ਕਤੀ ਆ ਉਹਦਾ ਵੀ ਵਿਕਾਸ ਹੁੰਦਾ ਹੈ। ਇਹ ਸਭ ਕੁਝ ਹੁੰਦਾ ਹੈ ਭਾਸ਼ਾ ਦੇ ਜ਼ਰੀਏ। ਨੈਕਸਟ ਹੈ ਬੌਧਿਕ ਵਿਕਾਸ ਵਿੱਚ ਸਹਾਇਕ, ਜਿਹਨੂੰ ਆਪਾਂ ਮਾਨਸਿਕ ਵਿਕਾਸ ਕਹਿ ਸਕਦੇ ਹਾਂ ਕਿ ਭਾਸ਼ਾ ਦੇ ਜ਼ਰੀਏ ਬੌਧਿਕ ਵਿਕਾਸ ਹੁੰਦਾ ਹੈ। ਜਿਵੇਂ ਅਸੀਂ ਬਾਹਰ ਜਾਂਦੇ ਹਾਂ, ਸਕੂਲ ਤੋਂ ਬਾਹਰ ਦੀ ਗੱਲ ਕਰ ਰਹੇ ਹਾਂ ਕਿ ਬਾਹਰ ਜਾ ਕੇ ਅਸੀਂ ਕਿਸੇ ਤੋਂ ਕੋਈ ਰਸਤਾ ਪੁੱਛ ਲਿਆ, ਠੀਕ ਹੈ ਨਾ, ਕਿ ਆਹ ਰਸਤਾ ਅਸੀਂ ਇੱਧਰ ਜਾਣਾ ਵਾ ਅਤੇ ਸਾਨੂੰ ਦੱਸ ਦਿਓ। ਉਹ ਭਾਸ਼ਾ ਦੇ ਜ਼ਰੀਏ ਕੀ ਹੈ, ਸਾਨੂੰ ਨਵਾਂ ਗਿਆਨ ਮਿਲਿਆ। ਠੀਕ ਹੈ। ਬੌਧਿਕ ਗਿਆਨ ਕੀ ਹੈ ਕਿ ਜਦੋਂ ਸਾਨੂੰ ਕੋਈ ਚੀਜ਼ ਬਣਾਉਣੀ ਆ ਗਈ, ਠੀਕ ਹੈ, ਜਾਂ ਕੋਈ ਚੀਜ਼ ਯੂਜ਼ ਕਰਨੀ ਆ ਗਈ, ਭਾਸ਼ਾ ਦੇ ਜ਼ਰੀਏ ਨਵਾਂ ਜਦੋਂ ਸਾਨੂੰ ਸਭ ਕੁਝ ਪਤਾ ਲੱਗਦਾ, ਸਾਡੀ ਬੁੱਧੀ ਦਾ ਵਿਕਾਸ ਹੁੰਦਾ ਹੈ ਅਤੇ ਸਾਨੂੰ ਕੀ ਹੈ, ਬੌਧਿਕ ਵਿਕਾਸ ਹੁੰਦਾ ਹੈ। ਨੈਕਸਟ ਹੈ ਸਕੂਲ ਦੇ ਜੀਵਨ ਵਿੱਚ ਸਹਾਇਕ, ਤਾਂ ਤੁਹਾਨੂੰ ਕਲੀਅਰ ਹੀ ਹੈ। ਨੈਕਸਟ ਹੈ ਲਿਖਤੀ ਭਾਸ਼ਾ ਨੂੰ ਸਮਝਣ ਦੇ ਯੋਗ ਬਣਾਉਣਾ। ਠੀਕ ਹੈ। ਤੁਸੀਂ ਬਾਹਰ ਜਦੋਂ ਜਾਂਦੇ ਹੋ, ਸਕੂਲ ਤੋਂ ਬਾਹਰ ਜਾਂਦੇ ਆ ਅਤੇ ਤੁਸੀਂ ਕੋਈ ਨਿਊਜ਼ਪੇਪਰ ਪੜ੍ਹਦੇ ਹੋ ਜਾਂ ਘਰ ਵਿੱਚ ਪੜ੍ਹ ਰਹੇ ਹੋ ਜਾਂ ਬੱਸ ਸਟੈਂਡ 'ਤੇ ਕੋਈ ਇਸ਼ਤਿਹਾਰ ਲੱਗਾ ਹੋਇਆ ਉਹ ਪੜ੍ਹ ਰਹੇ ਹੋ, ਅਤੇ ਉਹ ਕੀ ਹੈ, ਭਾਸ਼ਾ ਦੇ ਜ਼ਰੀਏ ਹੀ ਤੁਸੀਂ ਕੋਈ ਚੀਜ਼ ਪੜ੍ਹ ਕੇ ਉਹਨੂੰ ਸਮਝ ਵੀ ਰਹੇ ਹੋ। ਠੀਕ ਹੈ। ਅਤੇ ਇਸ ਤਰ੍ਹਾਂ ਕੀ ਹੈ, ਜਿਹੜੀ ਭਾਸ਼ਾ ਵਾ ਉਹ ਤੁਹਾਨੂੰ ਸਿਰਫ ਕਲਾਸਰੂਮ ਤੱਕ ਹੀ ਸੀਮਤ ਨਹੀਂ ਰੱਖਦੀ। ਠੀਕ ਹੈ। ਕਿ ਬਾਹਰ ਵੀ ਇਸ ਦਾ ਬਹੁਤ ਵੱਡਾ ਯੋਗਦਾਨ ਹੈ।